खुशखबरी मैं काम ਤੋਂ ਛੁੱਟੀ ਤੇ ਆ। ਆ ਸਵੇਰੇ ਜਦ ਮੈਨੂੰ ਦੇਰ ਹੋਈ ਤਾਂ ਮੇਰੇ ਬੌਸ ਨੇ ਮੈਸੇਜ ਕੀਤਾ ਕਿ ਉਹ ਵੀ ਲੇਟ ਆ ਰਹੇ ਹਨ। ਮੇਰੇ ਕੋਲ ਇੱਕ ਨੌਕਰੀ ਹੋਏਗੀ, ਇਹੀ ਸ਼ੁਭ ਸਮਾਚਾਰ ਹੈ। ਨਹੀਂ, ਮੇਰੇ ਕੋਲ ਕੁਝ ਨਹੀਂ ਹੈ, ਪਰ ਤੁਹਾਡੇ ਕੋਲ ਕੋਈ ਖੁਸ਼ਖਬਰੀ ਹੈ? ਮੈਨੂੰ ਅੱਜਕੱਲ ਬਹੁਤ ਬੁਰੀਆਂ ਖਬਰਾਂ ਮਿਲੀਆਂ ਨੇ। ਮੇਰੀ ਹੁਣੇ ਤਰੱਕੀ ਹੋਈ ਹੈ, ਮੈਂ ਹੁਣ ਮੈਨੇਜਰ ਆ। ਦੋਸਤਾਂ ਦਾ ਵਿਆਹ ਹੋ ਰਿਹਾ ਹੈ। ਉਹ ਸੀ ਮੇਰੇ ਭਰਾ ਦਾ ਯੂਨੀਵਰਸਿਟੀ 'ਚ ਜਾਣਾ। ਮੈਂ ਬਹੁਤ ਰੌਲਾ ਪਾਨੀ ਹੈ, ਇਸ ਕਰਕੇ ਸਾਰਿਆਂ ਨੂੰ ਦੱਸਾਂਗੀ। ਫੇਸਬੁੱਕ, ਟਵਿੱਟਰ ਪਰ ਮੈਂ ਜ਼ਿਆਦਾਤਰ ਖਬਰ ਦੱਸਦੀ ਨਹੀਂ ਜਦ ਤੱਕ ਮੇਰੇ ਤੋਂ ਪੁੱਛਿਆ ਨਾ ਜਾਏ। ਏ ਪਰਮੇਸ਼ਵਰ, ਤੁਸੀਂ ਮੈਨੂੰ ਜਾਣ ਦਿਓ। ਇਹਦੇ ਵਾਂ ਮੈਂ ਤਕਰੀਬਨ ਆਪਣੀ ਪਛਾਣ ਦੇ ਹਰ ਬੰਦੇ ਨੂੰ ਮੈਸੇਜ ਕਰਦੀ ਆ। ਉਹ ਜ਼ਿਆਦਾਤਰ ਆਪਣੇ ਮਿੱਤਰਾਂ ਨਾਲ ਖਾਣਾ ਹੁੰਦਾ ਹੈ। ਇਹ ਜ਼ਿਆਦਾਤਰ ਮਤਲਬੀ ਹੋਣਾ, ਬਦਤਮੀਜ਼ ਹੋਣਾ। ਹਾਂਜੀ। ਕੀ ਤੁਸੀਂ ਕਿਸੇ ਨੂੰ ਦੱਸਿਆ ਕਿ ਤੁਸੀਂ ਅਲਫਾ ਕਰ ਰਹੇ ਹੋ? ਤੁਹਾਡਾ ਸ਼ਾਇਦ ਕਹਿਣਾ ਹੋਵੇ ਮੈਂ ਕਿਸੇ ਨੂੰ ਕਹਿਣ ਨੂੰ ਤਿਆਰ ਨਹੀਂ, ਕਿਉਂਕਿ ਮੈਂ ਇਹ ਨਹੀਂ ਜਾਣਦਾ ਕਿ ਮੈਂ ਕੀ ਸੋਚਦਾ ਹਾਂ। ਜਾਂ ਤੁਸੀਂ ਸ਼ਾਇਦ ਸੋਚਦੇ ਹੋ ਮੈਂ ਕੁਝ ਅਨੁਭਵ ਕਰਨਾ ਆਰੰਭ ਕੀਤਾ ਹੈ। ਪਰ ਮੰਨ ਲਓ ਜੇ ਕੋਈ ਤੁਹਾਡੇ ਤੋਂ ਉਹਦੇ ਬਾਰੇ ਪੁੱਛੇ, ਤੁਸੀਂ ਕੀ ਕਹੋਗੇ? ਤੁਸੀਂ ਉਹ ਕਿਵੇਂ ਸਮਝਾਓਗੇ ਤੇ ਤੁਸੀਂ ਸਮਝਾਉਣਾ ਵੀ ਕਿਉਂ ਚਾਹੋਗੇ? ਅਤੇ ਕਈ ਵਾਰ ਮੈਂ ਵੀ ਉਹਦੇ ਨਾਲ ਸੰਘਰਸ਼ ਕਰਦੀ ਹਾਂ। ਮੈਨੂੰ ਲੋਕਾਂ ਨੂੰ ਇਹ ਕਹਿਣਾ ਔਖਾ ਲੱਗਦਾ ਹੈ ਕਿ ਮੈਂ ਗਿਰਜੇ ਜਾਂਦੀ ਹਾਂ। ਕਈ ਵਾਰ ਮੈਂ ਆਪਣਾ ਵਿਸ਼ਵਾਸ ਵੰਡਣ ਬਾਰੇ ਸੰਗਦੀ ਹਾਂ। ਮੈਂ ਨਹੀਂ ਜਾਣਦੀ ਕਿਉਂ। ਮੈਨੂੰ ਸ਼ਾਇਦ ਇਹ ਚਿੰਤਾ ਹੈ ਕਿ ਲੋਕ ਮੈਨੂੰ ਥੋੜਾ ਅਜੀਬ ਜਾਂ ਕੁਝ ਹੋਰ ਸਮਝਣਗੇ। ਕਈ ਵਾਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਦ ਤੁਸੀਂ ਆਪਣੇ ਵਿਸ਼ਵਾਸ ਬਾਰੇ ਗੱਲ ਕਰਦੇ ਹੋ। ਪਰ ਗੱਲ ਇਹ ਹੈ ਕਿ ਮੈਂ ਆਪਣੇ ਦਿਲ 'ਚ ਜਾਣਦੀ ਹਾਂ ਮੈਨੂੰ ਕਿਹਦੇ ਤੇ ਵਿਸ਼ਵਾਸ ਹੈ। ਸੋ ਮੈਂ ਇੰਨੀ ਭੈਭੀਤ ਕਿਉਂ ਹਾਂ? ਕਈ ਵਾਰ ਹੋਰਾਂ ਨੂੰ ਦੱਸਣਾ ਇੰਨਾ ਔਖਾ ਕਿਉਂ ਹੁੰਦਾ ਹੈ? ਮੈਨੂੰ ਯਾਦ ਹੈ ਮਸੀਹੀ ਬਣਨ ਤੋਂ ਪਹਿਲਾਂ ਮੈਨੂੰ ਸੱਚਮੁੱਚ ਉਹਨਾਂ ਮਸੀਹੀਆਂ ਤੋਂ ਚਿੜ ਹੁੰਦੀ ਸੀ ਜਿਨ੍ਹਾਂ ਨੂੰ ਮੈਂ ਮਿਲਦਾ ਸਾਂ ਅਤੇ ਜੋ ਆਪਣੇ ਵਿਸ਼ਵਾਸ ਬਾਰੇ ਗੱਲਾਂ ਕਰਨਾ ਚਾਹੁੰਦੇ ਸਨ। ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰਾ ਰੂਪਾਂਤਰਣ ਕਰਨਾ ਚਾਹੁੰਦੇ ਸਨ। ਮੈਨੂੰ ਵਿਸ਼ਵਾਸ ਨਹੀਂ ਸੀ। ਮੈਂ ਕਿਸੇ ਨੂੰ ਨਾਸਤਿਕ ਬਣਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਹੋਰਾਂ ਨੂੰ ਕਿਉਂ ਦੱਸਣਾ ਚਾਹੁੰਦੇ ਸਨ। ਲੋਕੀ ਕਈ ਵਾਰੀ ਪੁੱਛਦੇ ਸਨ ਕਿ ਵਿਸ਼ਵਾਸ ਇੱਕ ਨਿੱਜੀ ਗੱਲ ਨਹੀਂ, ਕਿ ਸਭ ਤੋਂ ਵਧੀਆ ਮਸੀਹ ਉਹ ਨਹੀਂ ਹੁੰਦੇ ਜੋ ਆਪਣੇ ਵਿਸ਼ਵਾਸ ਤੇ ਅਮਲ ਕਰਦੇ ਨੇ ਪਰ ਉਹਦੇ ਬਾਰੇ ਗੱਲ ਨਹੀਂ ਕਰਦੇ। ਸਾਰਿਆਂ ਦੇ ਮਨਾਂ ਵਿੱਚ ਇੱਕ ਸੰਪੂਰਨ ਮਸੀਹੀ ਦੀ ਤਸਵੀਰ ਹੁੰਦੀ ਹੈ ਜੋ ਆਪਣੇ ਵਿਸ਼ਵਾਸ ਤੇ ਅਮਲ ਕਰਦਾ ਹੈ ਪਰ ਉਹਦੇ ਬਾਰੇ ਬੋਲਦਾ ਨਹੀਂ। ਪਰ ਮੈਂ ਪੁੱਛਣਾ ਚਾਹਾਂਗਾ ਕਿ ਉਹ ਸੰਪੂਰਨ ਮਸੀਹੀ ਕਿਵੇਂ ਬਣਿਆ? ਕਿਸੇ ਨੇ ਉਹਨੂੰ ਦੱਸਿਆ ਹੋਵੇਗਾ। ਜੇ ਆਰੰਭਕ ਮਸੀਹੀਆਂ ਨੇ ਆਪਣੇ ਵਿਸ਼ਵਾਸ ਬਾਰੇ ਨਾ ਦੱਸਿਆ ਹੁੰਦਾ, ਅਸੀਂ ਕਦੇ ਨਾ ਸੁਣਿਆ ਹੁੰਦਾ। ਸਾਨੂੰ ਲੋਕਾਂ ਨੂੰ ਕਿਉਂ ਯਿਸੂ ਬਾਰੇ ਦੱਸਣਾ ਚਾਹੀਦਾ ਹੈ? ਪਹਿਲਾਂ ਤਾਂ ਇਸ ਲਈ ਕਿਉਂਕਿ ਯਿਸੂ ਨੇ ਸਾਨੂੰ ਕਿਹਾ ਹੈ। ਜਾਓ ਸ਼ਬਦ ਬਾਈਬਲ ਵਿੱਚ 1514 ਵਾਰ ਲਿਖਿਆ ਹੈ। ਯਿਸੂ ਲਗਾਤਾਰ ਆਪਣੇ ਚੇਲਿਆਂ ਨੂੰ ਕਹਿੰਦੇ ਸਨ, ਜਾਓ ਅਤੇ ਦੱਸੋ, ਜਾਓ ਅਤੇ ਦੱਸੋ, ਜਾਓ ਅਤੇ ਸੱਦੋ, ਜਾਓ ਅਤੇ ਚੇਲੇ ਬਣਾਓ। ਉਹਨਾਂ ਨੇ ਕਿਹਾ, ਮੈਂ ਆਇਆ ਤਾਂ ਜੋ ਤੁਹਾਨੂੰ ਜੀਵਨ ਮਿਲੇ, ਸਗੋਂ ਚੋਖਾ ਜੀਵਨ ਮਿਲੇ। ਲੋਕਾਂ ਨੂੰ ਜਾ ਕੇ ਮੇਰੇ ਬਾਰੇ ਖੁਸ਼ ਖਬਰ ਦੱਸੋ। ਉਹਦੇ ਇਲਾਵਾ ਦੁਨੀਆ ਵਿੱਚ ਲੋਕਾਂ ਦੀ ਲੋੜ ਹੈ। ਲੋਕਾਂ ਨੂੰ ਇਹ ਸ਼ਾਨਦਾਰ ਖਬਰ ਦੱਸਣਾ ਪ੍ਰੇਮ ਦਾ ਕੰਮ ਹੁੰਦਾ ਹੈ ਕਿ ਯਿਸੂ ਸਾਨੂੰ ਸ਼ਾਂਤੀ ਦਿਵਾਉਂਦੇ ਨੇ। ਇੱਕ ਡੂੰਘਾ ਅੰਦਰਲਾ ਆਨੰਦ ਸਾਡੇ ਦਿਲਾਂ ਨੂੰ ਪ੍ਰੇਮ ਨਾਲ ਉਹ ਭਰਦੇ ਨੇ, ਸਾਡੇ ਜੀਵਨ ਨੂੰ ਅਰਥ ਅਤੇ ਮਕਸਦ ਦਿੰਦੇ ਨੇ, ਸਾਨੂੰ ਮਾਫੀ ਅਤੇ ਸਦੀਪਕ ਜੀਵਨ ਦਿੰਦੇ ਨੇ। ਸ਼ਾਨਦਾਰ ਗੱਲ ਹੈ। ਇਹ ਉੱਦਾਂ ਹੈ ਰੇਗਿਸਤਾਨ ਦੇ ਅੰਦਰ ਕਿਤੇ ਪਾਣੀ ਜਾਂ ਉਹਦਾ ਸੋਤਾ ਲੱਭ ਜਾਂਦਾ। ਅਸੀਂ ਕਿੰਨੇ ਸਵਾਰਥੀ ਹੋਵਾਂਗੇ ਜੇ ਉਹ ਪਾਣੀ ਲੈ ਕੇ ਆਪ ਪੀਵਾਂਗੇ ਅਤੇ ਆਪਣੇ ਮਿੱਤਰਾਂ ਨੂੰ ਨਹੀਂ ਦੱਸਾਂਗੇ। ਤੁਸੀਂ ਆਪਣੇ ਮਿੱਤਰਾਂ ਨੂੰ ਦੱਸਣਾ ਚਾਹੋਗੇ, ਵੇਖੋ ਮੈਨੂੰ ਪਾਣੀ ਮਿਲਿਆ ਹੈ। ਲੋਕਾਂ ਨੂੰ ਦੱਸਣ ਦੀ ਇੱਛਾ ਕੁਦਰਤੀ ਹੈ ਕਿ ਸਾਨੂੰ ਯਿਸੂ ਮਿਲੇ ਹਨ। ਨਾਲੇ ਉਹ ਇੰਨੀ ਚੰਗੀ ਖਬਰ ਹੈ। ਇੰਜੀਲ ਸ਼ਬਦ ਦਾ ਮਤਲਬ ਹੀ ਹੈ ਚੰਗੀ ਖਬਰ, ਖੁਸ਼ਖਬਰੀ। ਜਦ ਤੁਸੀਂ ਖੁਸ਼ਖਬਰੀ, ਇਹ ਚੰਗੀ ਖਬਰ ਸੁਣਦੇ ਹੋ, ਤੁਸੀਂ ਹੋਰਾਂ ਨੂੰ ਦੱਸਣਾ ਚਾਹੁੰਦੇ ਹੋ ਤੇ ਚੰਗੀ ਖਬਰ ਛੇਤੀ ਖਿਲਰਦੀ ਹੈ। ਮੇਰੇ ਖਿਆਲ ਨਾਲ ਤੁਹਾਡਾ ਕੰਮ ਸੀ ਹੈਨਰੀ ਦਾ ਜਨਮ ਹੁੰਦਿਆਂ ਹੀ ਲੋਕਾਂ ਨੂੰ ਫੋਨ ਕਰਨਾ, ਤੇ ਮੈਂ ਤੁਹਾਨੂੰ ਉਹਨਾਂ ਸਭਨਾਂ ਦੀ ਸੂਚੀ ਦਿੱਤੀ ਸੀ ਜਿਨ੍ਹਾਂ ਨੂੰ ਤੁਸੀਂ ਫੋਨ ਕਰਨਾ ਸੀ। ਮੇਰਾ ਖਿਆਲ ਹੈ ਤੁਸੀਂ ਮੈਨੂੰ 10 ਲੋਕਾਂ ਦੀ ਸੂਚੀ ਦਿੱਤੀ ਸੀ। ਅੱਜ ਕੱਲ੍ਹ ਤਾਂ ਲੋਕੀ ਫੇਸਬੁੱਕ ਤੇ ਪਾ ਦਿੰਦੇ ਹਨ। ਇਹ ਉਹਨੀ ਦਿਨੀ ਸੀ ਜਦ ਫੋਨ ਬਾਕਸ ਹੁੰਦੇ ਸਨ ਅਤੇ ਅਸੀਂ ਉਹਦੇ ਵਿੱਚ ਪਾਉਂਦੇ ਸੀ ਪੈਸੇ 50 ਪੈਸੇ। ਹਾਂਜੀ, ਫੋਨ ਕਰਨ ਦੇ ਲਈ। ਸੋ ਉਹ ਇੰਨਾ ਸੌਖਾ ਨਹੀਂ ਸੀ। ਸੋ ਮੈਂ ਫੋਨ ਕਰਨ ਦੇ ਲਈ ਗਿਆ ਅਤੇ ਮੈਂ ਸਭ ਤੋਂ ਪਹਿਲਾਂ ਪਿਪਾ ਦੀ ਮਾਂ ਨੂੰ ਫੋਨ ਕੀਤਾ। ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ, ਵਧਾਈਆਂ ਨੇ, ਸਾਡਾ ਕਾਕਾ ਹੋਇਆ। ਉਹਦਾ ਵਜ਼ਨ ਜਿੰਨਾ ਵੀ ਸੀ 12.5 ਪਾਉਂਡ।
ਪੌਣੇ ਕੁ 8। ਉਹ ਜਿੰਨਾ ਵੀ ਸੀ। ਅਗਲਾ ਬੰਦਾ ਜਿਹਨੂੰ ਮੈਂ ਫੋਨ ਕੀਤਾ ਉਹ ਸੀ ਮੇਰੀ ਮਾਂ। ਸੋ ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਫੋਨ ਵਿੱਚ ਬਿਜ਼ੀ ਸਨ। ਸੋ ਮੈਂ ਅਗਲੇ ਬੰਦੇ ਨੂੰ ਫੋਨ ਕੀਤਾ ਜੋ ਸੀ ਪਿਪਾ ਦੀ ਭੈਣ। ਉਹਨੇ ਕਿਹਾ ਹਾਂਜੀ ਮੈਂ ਜਾਣਦੀ ਹਾਂ ਤੁਹਾਡੇ ਪੁੱਤਰ ਹੈਨਰੀ ਦਾ ਜਨਮ ਹੋਇਆ ਹੈ। ਮੈਂ ਸੋਚਿਆ ਅਜੀਬ ਗੱਲ ਹੈ। ਉਹਨੇ ਫਿਰ ਕਿਹਾ ਮੇਰੀ ਮਾਂ ਨੂੰ ਹੁਣੇ ਫੋਨ ਕੀਤਾ ਹੈ। ਮੈਂ ਅਗਲੇ ਬੰਦੇ ਨੂੰ ਫੋਨ ਕੀਤਾ ਤਾਂ ਉਹਨੇ ਕਿਹਾ ਵਧਾਈਆਂ। ਮੈਂ ਹੋਰਾਂ ਨੂੰ ਫੋਨ ਕੀਤਾ, ਇੱਦਾਂ ਸੀ ਕਿ ਸਾਰਿਆਂ ਨੂੰ ਕਿਸੇ ਨਾ ਕਿਸੇ ਨੇ ਫੋਨ ਕੀਤਾ ਸੀ। ਉਹ ਸੋ ਬਾਕੀ ਸਾਰਿਆਂ ਨੇ ਪਹਿਲਾਂ ਹੀ ਸੁਣ ਲਿਆ ਸੀ। ਅੰਤ ਵਿੱਚ ਜਦ ਮੇਰੀ ਆਪਣੀ ਮਾਂ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਪਿਪਾ ਦੀ ਮਾਂ ਕੋਲੋਂ ਸੁਣ ਚੁੱਕੀ ਸੀ। ਸੋ ਪਿਪਾ ਦੀ ਮਾਂ ਨੇ ਉਹਨਾਂ ਨੂੰ ਫੋਨ ਕੀਤਾ ਸੀ, ਇਸ ਲਈ ਉਹਨਾਂ ਦਾ ਫੋਨ ਬਿਜ਼ੀ ਸੀ। ਮੈਨੂੰ ਪਿਪਾ ਦੀ ਮਾਂ ਨੂੰ ਕਹਿਣਾ ਨਹੀਂ ਪਿਆ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਹਨਾਂ ਲਈ ਇਹ ਕੁਦਰਤੀ ਸੀ। ਚੰਗੀ ਖਬਰ ਛੇਤੀ ਖਿਲਰਦੀ ਹੈ। ਜਦ ਅਸੀਂ ਚੰਗੀ ਖਬਰ ਸੁਣਦੇ ਹਾਂ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ। ਜਦ ਮੈਨੂੰ ਯਿਸੂ ਮਿਲੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਸਾਂ। ਉਹ ਤੇ ਸਭ ਨਾਲੋਂ ਕੁਦਰਤੀ ਗੱਲ ਸੀ, ਅਰਥਾਤ ਲੋਕਾਂ ਨੂੰ ਦੱਸਣ ਦੀ ਇੱਛਾ ਹੋਣਾ। ਪਰ ਮੈਂ ਜਿਹੜੇ ਤਰੀਕੇ ਉਹ ਕਰਦਾ ਸਾਂ ਉਹ ਹਮੇਸ਼ਾ ਸੰਵੇਦਨਸ਼ੀਲ ਨਹੀਂ ਹੁੰਦਾ ਸੀ। ਅਤੇ ਮੈਨੂੰ ਯਾਦ ਹੈ ਯਿਸੂ ਨੂੰ ਮਿਲਣ ਦੇ ਤੁਰੰਤ ਬਾਅਦ ਮੈਂ ਇੱਕ ਪਾਰਟੀ 'ਚ ਗਿਆ ਤੇ ਮੈਂ ਦ੍ਰਿੜ ਸਾਂ ਕਿ ਮੈਂ ਆਪਣੀ ਪਛਾਣ ਦੇ ਪਹਿਲੇ ਮਿਲਣ ਵਾਲੇ ਨੂੰ ਯਿਸੂ ਬਾਰੇ ਜ਼ਰੂਰ ਦੱਸਾਂਗਾ। ਐਦਾਂ ਹੋਇਆ ਕਿ ਜਿਹੜੇ ਪਹਿਲੇ ਪਛਾਣ ਦੇ ਬੰਦੇ ਨੂੰ ਮੈਂ ਮਿਲਿਆ ਉਹ ਸੀ ਪਿਪਾ, ਜੋ ਕਿ ਡਾਂਸ ਫਲੋਰ ਤੇ ਸੀ। ਸੋ ਮੈਂ ਸੋਚਿਆ ਚਲੋ ਮੈਂ ਜਾ ਕੇ ਇਸ ਨੂੰ ਯਿਸੂ ਦੇ ਬਾਰੇ ਦੱਸਦਾ। ਮਸੀਹੀ ਬਣਨ ਦੇ 10 ਦਿਨਾਂ ਦੇ ਅੰਦਰ ਹੀ ਮੈਂ ਪ੍ਰਚਾਰ ਬਾਰੇ ਇੱਕ ਸੁਨੇਹਾ ਸੁਣਨ ਗਿਆ ਸਾਂ। ਉਹਨਾਂ ਨੇ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਯਿਸੂ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਕਰੋ ਕਿ ਇਹ ਗੱਲ ਪੱਕੀ ਕਰੋ ਕਿ ਉਸ ਬੰਦੇ ਨੂੰ ਯਿਸੂ ਦੀ ਲੋੜ ਹੈ। ਸੋ ਮੈਂ ਸੋਚਿਆ ਮੈਨੂੰ ਪਹਿਲੇ ਜਾ ਕੇ ਇਹ ਗੱਲ ਪੱਕੀ ਕਰਨੀ ਹੈ ਕਿ ਇਹਨੂੰ ਯਿਸੂ ਦੀ ਲੋੜ ਹੈ। ਸੋ ਮੈਂ ਸਿੱਧਾ ਇਹਨਾਂ ਕੋਲ ਡਾਂਸ ਫਲੋਰ ਤੇ ਗਿਆ। ਮੈਂ ਵਿਆਹ ਦੀਆਂ ਗੱਲਾਂ 'ਚ ਸਮਾਂ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ। ਸੋ ਮੈਂ ਕਿਹਾ ਹੈਲੋ ਪਿਪਾ, ਤੇਰਾ ਬੁਰਾ ਹਾਲ ਹੈ, ਤੈਨੂੰ ਸੱਚਮੁੱਚ ਯਿਸੂ ਦੀ ਲੋੜ ਹੈ, ਬੜੀ ਬੁਰੀ ਤਰ੍ਹਾਂ ਲੋੜ ਹੈ। ਸੋ ਉਹ ਸੰਵੇਦਨਹੀਨਤਾ ਸੀ। ਮੈਂ ਸੋਚਿਆ ਜੇ ਮੈਂ ਇੱਦਾਂ ਕਰਦਾ ਰਹਾਂਗਾ ਤਾਂ ਕਿਸੇ ਨਾ ਕਿਸੇ ਨੂੰ ਬੁਰਾ ਲੱਗੇਗਾ। ਫਿਰ ਸੰਵੇਦਨਹੀਨਤਾ ਦੀ ਥਾਂ ਡਰ ਨੇ ਲੈ ਲਈ। ਮੈਂ ਯਿਸੂ ਦਾ ਨਾਮ ਲੈਣ ਤੋਂ ਵੀ ਡਰਨ ਲੱਗ ਪਿਆ। ਮੈਂ ਆਪਣੇ ਜੀਵਨ ਦੇ ਵੱਡੇ ਹਿੱਸੇ 'ਚ ਉਹ ਤਰੀਕੇ ਲੱਭ ਰਿਹਾ ਸਾਂ ਜਿਨ੍ਹਾਂ ਰਾਹੀਂ ਮੈਂ ਆਪਣੇ ਵਿਸ਼ਵਾਸ ਬਾਰੇ ਅਜਿਹੇ ਤਰੀਕੇ ਦੱਸ ਸਕਾਂ ਜਿਹਦੇ 'ਚ ਸੰਵੇਦਨਹੀਨਤਾ ਜਾਂ ਡਰ ਨਾ ਹੋਵੇ। ਸਾਨੂੰ ਸਮਝਣਾ ਹੈ ਕਿ ਹੋਰਾਂ ਨੂੰ ਯਿਸੂ ਬਾਰੇ ਦੱਸਣਾ ਪਰਮੇਸ਼ਰ ਨਾਲ ਸਾਡੇ ਆਪਣੇ ਸਬੰਧ ਤੋਂ ਉਤਪੰਨ ਹੁੰਦਾ ਹੈ, ਤੇ ਉਦਾਂ ਕਰਨ 'ਚ ਸਾਡਾ ਮਕਸਦ ਹੁੰਦਾ ਹੈ ਪ੍ਰੇਮ ਪਰਮੇਸ਼ਰ ਦੇ ਲਈ ਤੇ ਹੋਰਾਂ ਲੋਕਾਂ ਦੇ ਲਈ ਵੀ। ਅਤੇ ਇੱਕ ਤਰੀਕਾ ਜਿਹਦੇ ਦੁਆਰਾ ਅਸੀਂ ਸੰਵੇਦਨਹੀਨਤਾ ਬਗੈਰ ਦੱਸ ਸਕਦੇ ਹਾਂ ਉਹ ਹੈ ਆਪਣੀ ਮੌਜੂਦਗੀ ਦੁਆਰਾ। ਯਿਸੂ ਕਹਿੰਦੇ ਹਨ ਤੁਸੀਂ ਧਰਤੀ ਦੇ ਲੂਣ ਹੋ, ਤੁਸੀਂ ਜਗਤ ਦਾ ਚਾਨਣ ਹੋ। ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਮੇਰੀ ਭੈਣ ਦਾ ਵਿਆਹ ਹੋਣ ਵਾਲਾ ਸੀ ਤੇ ਉਹ ਵਿਆਹ ਦੀ ਤਿਆਰੀ ਦਾ ਕੋਰਸ ਕਰ ਰਹੀ ਸੀ ਗਿਰਜੇ 'ਚ। ਉਹਨੇ ਕਿਹਾ ਜੂਲੀਆ ਕਿ ਤੂੰ ਇਸ ਐਤਵਾਰ ਗਿਰਜੇ ਆਉਣਾ ਚਾਹੁੰਦੀ ਆ? ਮੈਂ ਵੈਸੇ ਜਾਣਦੀ ਆ। ਮੈਂ ਆਪਣੇ ਵਿਸ਼ਵਾਸ ਨਾਲ ਘੁਲ ਰਹੀ ਸਾਂ। ਮੈਂ ਜਵਾਬ ਲੱਭ ਰਹੀ ਸਾਂ ਪਰ ਉਹ ਗਲਤ ਥਾਵਾਂ ਤੇ ਲੱਭ ਰਹੀ ਸਾਂ। ਮੈਂ ਸੋਚਿਆ ਇਦਾਂ ਕਰਦੀ ਆ ਕਿ ਮੈਂ ਗਿਰਜੇ ਚਲੀ ਜਾਂਦੀ ਆ। ਕਿਸੇ ਨੇ ਮੇਰੇ ਲਈ ਪ੍ਰਾਰਥਨਾ ਕੀਤੀ ਤਾਂ ਮੈਨੂੰ ਬੜੀ ਸ਼ਾਂਤੀ ਅਨੁਭਵ ਹੋਈ, ਇਦਾਂ ਜਿਵੇਂ ਮੈਂ ਆਪਣੇ ਘਰ ਆ ਗਈ ਹਾਂ। ਮੈਨੂੰ ਇਦਾਂ ਲੱਗਿਆ। ਇਦਾਂ ਹੋਇਆ ਕਿ ਆਉਣ ਵਾਲੇ ਬੁੱਧਵਾਰ ਅਲਫਾ ਆਰੰਭ ਹੋਣ ਵਾਲਾ ਸੀ, ਸੋ ਮੈਂ ਉਹਦੇ ਲਈ ਗਈ। ਉਹ ਕੋਈ ਕਾਹਲੀ ਨਾਲ ਹੋਣ ਵਾਲਾ ਸਫ਼ਰ ਨਹੀਂ ਸੀ, ਸਗੋਂ ਕਈ ਹਫ਼ਤਿਆਂ 'ਚ ਉਹ ਸਫ਼ਰ ਪੂਰਾ ਹੋਇਆ। ਆਰੰਭ ਵਿੱਚ ਮੇਰੇ ਵਿਸ਼ਵਾਸ ਦਾ ਫੇਰ ਨਿਰਮਾਣ ਹੋਇਆ ਅਤੇ ਮੇਰੇ ਖਿਆਲ ਨਾਲ ਮੈਂ ਪਰਮੇਸ਼ਵਰ ਦੇ ਬਾਰੇ ਜੋ ਸੱਚਾਈ ਜਾਣਦੀ ਸਾਂ ਉਹ ਮੇਰੇ ਦਿਮਾਗ 'ਚੋਂ ਦਿਲ 'ਚ ਪੂਰੀ ਤਰ੍ਹਾਂ ਵੜ ਗਈ। ਕੁਝ ਸਾਲ ਪਹਿਲਾਂ ਮੈਂ ਮਨੁੱਖੀ ਵਪਾਰ ਬਾਰੇ ਸੁਣਿਆ ਸੀ, ਪਰ ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦੀ ਸਾਂ। ਮੈਂ ਨਹੀਂ ਸੋਚਦੀ ਸਾਂ ਕਿ ਮਨੁੱਖਾਂ ਨੂੰ ਅਸਲ 'ਚ ਵੇਚਿਆ ਤੇ ਖਰੀਦਿਆ ਜਾਂਦਾ ਹੈ। ਮੈਨੂੰ ਫੌਰਨ ਅਜਿਹਾ ਡਰ ਲੱਗਿਆ ਕਿ ਮੈਂ ਇਹ ਕਿਉਂ ਨਹੀਂ ਜਾਣਦੀ ਸਾਂ। ਬਈ ਮੈਂ ਇੱਕ ਪੜ੍ਹੀ ਲਿਖੀ ਕੁੜੀ ਸਾਂ, ਮੈਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀ। ਇਸ ਲਈ ਮੈਂ ਇੱਕਦਮ ਪਰਮੇਸ਼ਵਰ ਨੂੰ ਕਿਹਾ ਕਿ ਪ੍ਰਭੂ ਮੈਂ ਇਹ ਦੇਸ਼ 'ਚ ਤੁਹਾਡੀ ਸੇਵਾ ਕਿਵੇਂ ਕਰਾਂ, ਮੈਂ ਕੁਝ ਪ੍ਰਭਾਵਸ਼ਾਲੀ ਕਿਵੇਂ ਕਰਾਂ। ਕਹਾਣੀ ਲੰਮੀ ਹੈ ਪਰ ਥੋੜੇ ਸ਼ਬਦਾਂ 'ਚ ਕਹਿੰਦੀ ਹਾਂ। ਮੈਂ ਆਪਣੀ ਇੱਕ ਟੋਲੀ ਇਕੱਠੀ ਕੀਤੀ। ਅਸੀਂ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਨ ਵਾਲੀ ਪਹਿਲੀ ਜਨਾਨੀਆਂ ਦੀ ਟੋਲੀ ਬਣਾਉਣਾ ਚਾਹੁੰਦੇ ਸਾਂ। ਅਟਲਾਂਟਿਕ ਦੇ ਆਰ-ਪਾਰ ਹੋਣ ਵਾਲੇ ਗੁਲਾਮਾਂ ਦੇ ਵਪਾਰ ਤੇ ਨਜ਼ਰ ਰੱਖਣ ਲਈ ਅਸੀਂ ਅਸਲ 'ਚ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਬਹੁਤ ਸਾਰੇ ਲੋਕਾਂ ਦੀ ਆਵਾਜ਼ ਬਣੀਏ ਜਿਨ੍ਹਾਂ ਦੀ ਅੱਜ ਕੋਈ ਵੀ ਸੁਣਵਾਈ ਨਹੀਂ ਹੈਗੀ। ਅਸੀਂ 17 ਹੋਰ ਟੋਲੀਆਂ ਨਾਲ ਇੱਕ ਦੌੜ 'ਚ ਸਾਂ। ਸਿਰਫ ਸਾਡੀ ਟੋਲੀ 'ਚ ਸਾਰੀਆਂ ਜਨਾਨੀਆਂ ਸੀਗੀਆਂ। ਅਸੀਂ ਨਿਕਲ ਪੈਂਦੇ 50 ਫੁੱਟ ਉੱਚੀਆਂ ਲਹਿਰਾਂ ਤੇ, ਜੋ ਬੜਾ ਹੀ ਖਤਰਨਾਕ ਹੁੰਦਾ ਸੀ। ਜੇ ਮੈਨੂੰ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ ਅਸੀਂ ਸ਼ਾਇਦ ਕਈ ਮੀਲ ਦੂਰ ਨੱਠ ਜਾਣਾ ਸੀ।
ਸਮੁੰਦਰ ਵਿੱਚ ਸਾਨੂੰ ਸਭਨਾਂ ਨੂੰ ਉਲਟੀਆਂ ਆ ਰਹੀਆਂ ਸਨ। ਅਸੀਂ ਆਪਣਾ ਬਹੁਤ ਸਾਰਾ ਖਾਣ ਦਾ ਸਮਾਨ ਗਵਾ ਦਿੱਤਾ। ਜੋ ਕੁਝ ਬੁਰਾ ਹੋ ਸਕਦਾ ਸੀ ਉਹ ਸਭ ਕੁਝ ਹੋਇਆ। ਜੋ ਕੁਝ ਟੁੱਟ ਸਕਦਾ ਸੀ ਸਭ ਕੁਝ ਟੁੱਟ ਗਿਆ। 12 ਘੰਟੇ ਬੇੜੀ ਚਲਾਉਣ 'ਚ ਬਹੁਤ ਸਾਰੀ ਥਕਾਵਟ ਹੁੰਦੀ ਸੀ। 2 ਘੰਟੇ ਚਲਾ ਕੇ 2 ਘੰਟੇ ਰੁਕ ਜਾਂਦੇ। ਉਹ ਸੱਚਮੁੱਚ ਬੜਾ ਔਖਾ ਸੀ, ਪਰ ਅਸਲ 'ਚ ਉਹ ਭਾਵੇਂ ਔਖਾ ਸੀਗਾ, ਪਰ ਅਸੀਂ 3000 ਮੀਲ ਦਾ ਮਾਨਸਿਕ ਸੰਘਰਸ਼, ਬਹੁਤ ਦਬਾਅ ਪਾਉਣ ਵਾਲਾ ਸੰਘਰਸ਼ ਝੇਲਿਆ। ਮੇਰੇ ਖਿਆਲ ਨਾਲ ਜੇ ਉਹਦੇ ਲਈ ਮੇਰਾ ਕੋਈ ਮਕਸਦ ਨਾ ਹੁੰਦਾ ਤਾਂ ਮੈਂ ਹਾਰ ਮੰਨ ਲੈਣੀ ਸੀ। ਉਹ ਸਿਰਫ ਇੱਕ ਬੇੜੀ ਚਲਾਉਣਾ ਨਹੀਂ ਸੀ ਜੋ ਮੈਂ ਕੀਤਾ ਸੀ, ਉਹ ਮੇਰੇ ਜੀਵਨ ਦਾ ਕੰਮ ਹੈ ਜਿਹਦੇ ਲਈ ਮੈਂ ਸਮਰਪਿਤ ਹਾਂ। ਉਹ ਕੋਈ ਨਿੱਕੀ ਗੱਲ ਨਹੀਂ ਹੈ, ਵੱਡੀ, ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਹਦੇ 'ਚ ਬਹੁਤ ਸਾਰੇ ਉਤਾਰ ਚੜ੍ਹਾਅ ਸਨ। ਮੈਨੂੰ ਅਕਸਰ ਵਿਲੀਅਮ ਵਿਲਬਰਫੋਰਸ ਦੀ ਯਾਦ ਆਉਂਦੀ ਹੈ, ਜੋ ਸੱਚਮੁੱਚ ਮੇਰੇ ਹੀਰੋ ਸਨ, ਜਿਨ੍ਹਾਂ ਨੇ 45 ਸਾਲਾਂ ਤੱਕ ਹਿੰਮਤ ਨਹੀਂ ਹਾਰੀ। ਕਸ਼ਟਾਂ ਤੇ ਸਮੱਸਿਆਵਾਂ ਹੋਣ ਦੇ ਬਾਵਜੂਦ ਆਪਣੀ ਮੌਤ ਤੋਂ 3 ਦਿਨ ਪਹਿਲਾਂ ਤੱਕ ਉਹ ਡਟੇ ਰਹੇ। ਤਦ ਜਾ ਕੇ ਗੁਲਾਮਾਂ ਦੇ ਵਪਾਰ ਨੂੰ ਬੰਦ ਕਰਨ ਦਾ ਕਾਨੂੰਨ ਬਣਿਆ। ਉਹ ਮਹਾਨ ਉਪਲਬਧੀ ਸੀ। ਮੈਂ ਕਈ ਵਾਰੀ ਜਦ ਸੋਚਦੀ ਹਾਂ ਕਿ ਮੈਂ ਆਪਣੇ ਆਪ ਨੂੰ ਕਿੰਨਾ ਸਮਝਦੀ ਸਾਂ, ਮੈਂ ਉਹਨਾਂ ਦੇ ਧੀਰਜ ਅਤੇ ਡਿੱਗ ਕੇ ਉੱਠਣ ਬਾਰੇ ਅਤੇ ਇਹ ਸੋਚਦੀ ਹਾਂ ਕਿ ਅਸੀਂ ਉਹਨਾਂ ਦੇ ਉਦਾਹਰਣ ਤੋਂ ਬੜਾ ਕੁਝ ਸਿੱਖ ਸਕਦੇ ਹਾਂ। ਅਤੇ ਮੈਨੂੰ ਅਨੁਭਵ ਹੁੰਦਾ ਹੈ ਕਿ ਸਮੁੰਦਰ ਵਿੱਚ ਉਹਨਾਂ ਹਫ਼ਤਿਆਂ 'ਚ ਮੇਰੇ 'ਚ ਵੀ ਉਹ ਗੁਣ ਆ ਗਏ ਸਨ ਅਤੇ ਉੱਥੋਂ ਪਰਤ ਆ ਕੇ ਅਸੀਂ ਆਪਣੀ ਪਰਉਪਕਾਰੀ ਸੰਸਥਾ ਸਪੋਰਟ ਫॉर ਫਰੀडम ਬਣਾਈ ਹੈ, ਜਿਹਦੇ ਰਾਹੀਂ ਅਸੀਂ ਹੁਣ ਇੰਗਲੈਂਡ ਵਿੱਚ ਦੇਹ ਵਪਾਰ ਤੋਂ ਬਚਾਏ ਬੰਦਿਆਂ ਦੀ ਮਦਦ ਕਰਦੇ ਹਾਂ। ਸੋ ਅਸੀਂ ਆਪਣੇ ਕੰਮ ਰਾਹੀਂ ਲੋਕਾਂ ਦੇ ਜੀਵਨਾਂ ਨੂੰ ਸੱਚਮੁੱਚ ਪ੍ਰਭਾਵਿਤ ਕਰ ਰਹੇ ਹਾਂ ਅਤੇ ਇਹ ਕਹਾਣੀ ਅਸੀਂ ਦੱਸਦੇ ਰਹਿੰਦੇ ਹਾਂ। ਸਾਰੇ ਸਭ ਕੁਝ ਨਹੀਂ ਕਰ ਸਕਦੇ, ਪਰ ਵੇਖੋ ਤੁਸੀਂ ਕੀ ਕਰ ਸਕਦੇ ਹੋ। ਨੈਲਸਨ ਮੰਡੇਲਾ ਨੇ ਕਿਹਾ ਹੈ, ਰਾਜੇ ਅਤੇ ਜਨਰਲ ਇਤਿਹਾਸ ਨਹੀਂ ਰਚਦੇ, ਸਗੋਂ ਆਮ ਲੋਕ ਬਣਾਉਂਦੇ ਹਨ। ਯਿਸੂ ਸਾਨੂੰ ਦੂਰ ਦੂਰ ਤੱਕ ਆਪਣਾ ਪ੍ਰਭਾਵ ਖਿਲਾਰਨ ਲਈ ਸੱਦਦੇ ਹਨ ਅਤੇ ਉਹ ਕਰਨ ਲਈ ਸਾਨੂੰ ਦੁਨੀਆ ਤੋਂ ਦੂਰ ਨਹੀਂ, ਦੁਨੀਆ ਵਿੱਚ ਹੋਣ ਦੀ ਲੋੜ ਹੈ। ਹਾਂਜੀ, ਯਿਸੂ ਕਹਿੰਦੇ ਹਨ ਕਿ ਸਾਨੂੰ ਲੂਣ ਅਤੇ ਚਾਨਣ ਵਾਂਗ ਹੋਣਾ ਚਾਹੀਦਾ ਹੈ। ਲੂਣ ਬੇਸ਼ੱਕ ਸਵਾਦ ਦਿੰਦਾ ਹੈ, ਪਰ ਪੁਰਾਣੇ ਜ਼ਮਾਨੇ ਵਿੱਚ ਉਹ ਇੱਕ ਪਰਿਰਕਸ਼ਕ ਸੀ। ਉਹ ਮੀਟ ਨੂੰ ਖਰਾਬ ਹੋਣ ਤੋਂ ਬਚਾਉਂਦਾ ਸੀ। ਸਾਨੂੰ ਮਸੀਹਾਂ ਨੂੰ ਸਮਾਜ ਨੂੰ ਖਰਾਬ ਹੋਣ ਤੋਂ ਰੋਕਣ ਦਾ ਸੱਦਾ ਹੈ। ਯਿਸੂ ਕਹਿੰਦੇ ਹਨ, ਤੁਸੀਂ ਚਾਨਣ ਹੋ। ਅਸੀਂ ਦੁਨੀਆ ਦਾ ਚਾਨਣ ਆਪਣੇ ਭਲੇ ਅਤੇ ਮਸੀਹਾਂ ਦੇ ਤੌਰ ਤੇ ਕੀਤੇ ਕੰਮਾਂ ਰਾਹੀਂ ਬਣਦੇ ਹਾਂ, ਜਿਵੇਂ ਕਿ ਅਸੀਂ ਦੁਨੀਆ 'ਚ ਭੁੱਖ, ਬੇਘਰ, ਗਰੀਬੀ ਅਤੇ ਨਾਇਨਸਾਫੀ ਬਾਰੇ ਜੋ ਕਰਦੇ ਹਾਂ। ਮਾਰਟਿਨ ਲੂਥਰ ਕਿੰਗ ਨੇ ਕਿਹਾ ਹੈ ਕਿ ਹਨੇਰਾ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਕੇਵਲ ਚਾਨਣ ਉਹ ਕਰ ਸਕਦਾ ਹੈ। ਨਫ਼ਰਤ ਨਫ਼ਰਤ ਨੂੰ ਮਿਟਾ ਨਹੀਂ ਸਕਦੀ, ਕੇਵਲ ਪ੍ਰੇਮ ਉਹ ਕਰ ਸਕਦਾ ਹੈ। ਸਾਨੂੰ ਸੱਦਾ ਹੈ ਕਿ ਬਾਹਰ ਜਾ ਕੇ ਆਪਣੇ ਦਫ਼ਤਰ, ਆਪਣੇ ਸਮਾਜ ਵਿੱਚ ਲੂਣ ਅਤੇ ਚਾਨਣ ਬਣੀਏ, ਲੋਕਾਂ ਲਈ ਦਇਆ ਦੇ ਨਿੱਕੇ ਨਿੱਕੇ ਕੰਮ ਕਰੀਏ। ਸਾਡਾ ਜੀਵਨ ਆਪ ਇੱਕ ਸੁਨੇਹਾ ਹੈ। ਮੇਰਾ ਨਾਮ ਊਗੋ ਮੋਨਿਆਈ ਹੈ। ਮੈਂ ਪਹਿਲਾਂ ਰਗਬੀ ਖੇਡਦਾ ਸਾਂ। ਮੈਂ ਲੰਡਨ ਵਿੱਚ ਹਾਰਲੇ ਕੁਇਨਜ਼ ਨਾਮ ਦੀ ਇੱਕ ਟੀਮ ਲਈ ਖੇਡਦਾ ਸਾਂ। ਮੈਂ ਇੰਗਲੈਂਡ ਵਿੱਚ ਦ ਬ੍ਰਿਟਿਸ਼ ਐਂਡ ਆਇਰਿਸ਼ ਲਾਇਨਜ਼ ਲਈ ਖੇਡਦਾ ਸਾਂ। ਮੈਂ ਹੁਣ ਉਹਦੀ ਕਮੈਂਟਰੀ ਕਰਦਾ, ਸੋ ਮੈਂ ਹੁਣ ਰਗਬੀ ਖੇਡਣ ਦੀ ਥਾਂ ਉਹਦੇ ਬਾਰੇ ਬੋਲਦਾ, ਜੋ ਵਧੀਆ ਹੈ। ਮੈਂ ਮੇਲ ਮਿਲਾਪ ਕਰਦਾ, ਨਵੇਂ ਮਿੱਤਰ ਬਣਾਉਂਦਾ ਸਾਂ, ਨਵੇਂ ਕੰਮ ਲਈ ਜਾਣ ਲੱਗਿਆ ਅਤੇ ਪੇਸ਼ੇਵਰ ਰਗਬੀ ਖਿਡਾਰੀ ਬਣਿਆ। ਮੈਂ ਸੋਚਦਾ ਸਾਂ ਕਿ ਗਿਰਜੇ ਜਾਣ ਨਾਲ ਮੇਰੀ ਸ਼ਾਨ ਘਟ ਜਾਏਗੀ। ਉਹ ਮੇਰੇ ਜੀਵਨ ਵਿੱਚ ਅਹਿਮ ਨਹੀਂ ਸੀ। ਮੈਂ ਉਹਨੂੰ ਅਣਦੇਖਾ ਕਰਦਾ ਸਾਂ ਤੇ ਹੋਰ ਚੀਜ਼ਾਂ 'ਚ ਮਸ਼ਗੂਲ ਹੋ ਗਿਆ ਤੇ ਹੋਰ ਚੀਜ਼ਾਂ ਨੇ ਮੇਰੇ ਜੀਵਨ ਵਿੱਚ ਪਰਮੇਸ਼ਵਰ ਦੀ ਥਾਂ ਲੈ ਲਈ। ਸੋ ਮੇਰਾ ਅਜਿਹਾ ਹਾਲ ਸੀ। ਪਰ ਰਗਬੀ ਖੇਡਣਾ ਆਰੰਭ ਕਰਨ ਤੇ ਥੋੜਾ ਬਦਲਾਅ ਆਇਆ। ਜਦ ਮੈਂ ਆਪਣੇ ਆਪ ਨੂੰ ਸੰਭਾਲਣਾ ਆਰੰਭ ਕੀਤਾ, ਉਹ ਮੇਰੇ ਜੀਵਨ ਦਾ ਕੇਂਦਰ ਬਣ ਗਿਆ। ਇਹ ਮਜ਼ੇਦਾਰ ਹੈ ਕਿ ਹਰ ਖੇਡ ਤੋਂ ਪਹਿਲਾਂ ਲੋਕੀ ਕੁਝ ਕੰਮ ਕਰਦੇ ਹਨ। ਪਹਿਲਾਂ ਆਪਣੀ ਸੱਜੀ ਜੁਰਾਬ ਪਾਉਂਦੇ ਹਨ ਜਾਂ ਚੇਂਜਿੰਗ ਰੂਮ 'ਚੋਂ ਅੰਤ ਵਿੱਚ ਨਿਕਲਦੇ ਹਨ। ਪਰ ਮੈਂ ਰਗਬੀ ਖੇਡਣ ਵੇਲੇ ਹਮੇਸ਼ਾ ਇਹ ਕੰਮ ਕਰਦਾ ਸਾਂ ਕਿ ਮੈਂ ਫੋਨ ਤੇ ਇੱਕ ਪ੍ਰਾਰਥਨਾ ਬੋਲਦਾ ਅਤੇ ਫਿਰ ਪਿੱਚ ਵੱਲ ਜਾਂਦਾ। ਮੇਰੇ ਲਈ ਉਹ ਪਲ ਉਹ ਸਾਰੀ ਟ੍ਰੇਨਿੰਗ ਤੋਂ ਵੱਧ ਅਹਿਮ ਸੀ ਜੋ ਮੈਂ ਕੀਤੀ ਸੀ। ਸਾਡਾ ਲੰਡਨ ਵਾਸਪ ਦੇ ਨਾਲ ਬੜਾ ਮੁਕਾਬਲਾ ਸੀ ਅਤੇ ਉਹ ਵੱਡੇ ਵਿਰੋਧੀ ਹਨ। ਸਾਡੇ ਲਈ ਅਹਿਮ ਖੇਡ ਸੀ ਅਤੇ ਮੈਂ ਆਪਣੀ ਸ਼ਰਟ ਦੇ ਹੇਠਾਂ ਇੱਕ ਸੁਨੇਹਾ ਲਿਖਿਆ ਅਤੇ ਮੈਂ ਆਪਣੀ ਟੀਮ ਹਾਰਲੇ ਕੁਇਨਜ਼ ਲਈ ਕਦੇ ਇੰਨਾ ਵਧੀਆ ਨਹੀਂ ਖੇਡਿਆ ਸਾਂ। ਤੇ ਸਕੋਰ ਕਰਨ ਤੋਂ ਬਾਅਦ ਮੈਂ ਆਪਣੀ ਸ਼ਰਟ ਉੱਪਰ ਕਰਕੇ ਇਹ ਸੁਨੇਹਾ ਦਿਖਾਇਆ, ਜੋ ਸੀ ਧੰਨਵਾਦ ਯਿਸੂ। ਕਿਸੇ ਨੇ ਉਹ ਸੁਨੇਹਾ ਨਹੀਂ ਵੇਖਿਆ ਸਿਵਾਏ ਉਹਨਾਂ ਲੋਕਾਂ ਦੇ ਜੋ ਭੀੜ ਵਿੱਚ ਮੇਰੇ ਸਾਹਮਣੇ ਸਨ। ਮੇਰੀ ਟੀਮ 'ਚੋਂ ਕਿਸੇ ਨੇ ਨਹੀਂ ਵੇਖਿਆ। ਮੰਗਲ ਬੁੱਧਵਾਰ ਤੱਕ ਤੇ ਨਹੀਂ, ਜਦ ਕੁਝ ਤਸਵੀਰਾਂ ਅਖਬਾਰ 'ਚ ਅਤੇ ਉਹਦੇ ਨਾਲ ਹੀ ਇੰਟਰਨੈਟ ਤੇ ਆਈਆਂ। ਉਹ ਲੋਕੀ ਪੁੱਛਣ ਲੱਗੇ, ਊਗੋ ਇਹ ਕੀ ਸੀ? ਉਹਨਾਂ ਨੂੰ ਸਮਝ ਨਹੀਂ ਆਈ। ਕੁਝ ਬੰਦਿਆਂ ਨੂੰ ਚਿੰਤਾ ਹੋਣ ਲੱਗੀ। ਉਹਨਾਂ ਨੇ ਕਿਹਾ, ਤੁਹਾਡੇ ਜੀਵਨ 'ਚ ਸਭ ਠੀਕ ਹੈ ਨਾ? ਤੁਹਾਨੂੰ ਯਿਸੂ ਦੀ ਕੀ ਲੋੜ ਹੈ? ਮੇਰਾ ਮਤਲਬ ਇਹਦਾ ਕੀ ਅਰਥ ਹੈ ਕਿ ਤੁਸੀਂ ਹੁਣ ਕਿਸੇ ਸੰਪਰਦਾਇ ਦਾ ਹਿੱਸਾ ਹੋ? ਉਹਨਾਂ ਨੇ ਬਹੁਤ ਸਾਰੇ ਅਜੀਬ ਸਵਾਲ ਕੀਤੇ, ਪਰ ਮੈਨੂੰ ਖੁਸ਼ੀ ਸੀ ਕਿ ਉਹਦੇ ਤੇ ਚਰਚਾ ਹੋ ਰਹੀ ਸੀ। ਉਹ ਸੱਚਮੁੱਚ ਵਧੀਆ ਸੀ, ਕਿਉਂਕਿ ਫਿਰ ਮੈਂ ਉਹਨਾਂ ਨਾਲ ਗੱਲ ਕਰ ਸਕਦਾ ਸਾਂ।
ਕਿ ਮੇਰਾ ਉਹ ਕਰਨ ਦਾ ਕੀ ਕਾਰਨ ਸੀ ਅਤੇ ਮੈਨੂੰ ਕੀ ਅਦਭੁਤ ਹੁੰਦਾ ਸੀ, ਤੇ ਮੇਰੇ ਲਈ ਉਹ ਸਭ ਤੋਂ ਵਧੀਆ ਖਬਰ ਸੀ ਤੇ ਮੈਂ ਚਾਹੁੰਦਾ ਸਾਂ ਸਾਰੀ ਦੁਨੀਆ ਉਹ ਜਾਣ ਲਵੇ। ਮੇਰੇ ਲਈ ਉਹ ਕੇਵਲ ਗੱਲਬਾਤ ਕਰਨਾ ਹੈ, ਬੂਹੇ ਨੂੰ ਬਹੁਤ ਜ਼ੋਰ ਨਾਲ ਖੜਕਾਣਾ ਨਹੀਂ ਹੈ, ਸਗੋਂ ਲੋਕਾਂ ਨੂੰ ਆਪਣੀ ਖੁਸ਼ਖਬਰੀ ਦੱਸਣਾ ਹੈ। ਮੈਨੂੰ ਗਿਰਜੇ ਜਾਣਾ ਪਿਆਰ ਹੈ, ਮੈਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ, ਕਿਉਂਕਿ ਉਹਨਾਂ ਨੇ ਮੇਰੇ ਲਈ ਇਹ ਕੀਤਾ ਕਿ ਤੁਸੀਂ ਉਹਦਾ ਇੱਕ ਹਿੱਸਾ ਚਾਹੋਗੇ। ਤੁਸੀਂ ਜੋ ਵੀ ਕਹੋ ਉਸ ਸਲੀਕੇ ਨਾਲ ਗੱਲਬਾਤ ਕਰਨਾ ਹੈ। ਜੇ ਲੋਕੀ ਵਿਸ਼ਵਾਸ ਕਰ ਸਕਣ ਅਤੇ ਤੁਹਾਡੀ ਸੱਚਾਈ ਵੇਖ ਸਕਣ, ਉਹ ਵੀ ਸ਼ਾਇਦ ਉਹਦਾ ਇੱਕ ਹਿੱਸਾ ਚਾਹਣਗੇ। ਮੈਂ ਹੁਣ ਕਮੈਂਟਰੀ ਕਰਦਾ, ਮੈਂ ਰਗਬੀ ਬਾਰੇ ਬੋਲਦਾ। ਜਦ ਮੈਂ ਕਮੈਂਟਰੀ ਕਰਦਾ, ਮੈਂ ਜਾਣਦਾ ਕਿ ਮੇਰਾ ਉਹਦੇ ਬਾਰੇ ਉਤਸ਼ਾਹਿਤ ਹੋਣਾ ਜ਼ਰੂਰੀ ਹੈ, ਕਿਉਂਕਿ ਮੈਂ ਘਰਾਂ 'ਚ ਲੋਕਾਂ ਨਾਲ ਗੱਲ ਕਰ ਰਿਹਾ ਹੁੰਦਾ। ਅਤੇ ਜੇ ਮੈਂ ਰਗਬੀ ਬਾਰੇ ਉਤਸ਼ਾਹਿਤ ਨਾ ਹੋਵਾਂ, ਮੈਂ ਘਰਾਂ 'ਚ ਲੋਕਾਂ ਤੋਂ ਕਿਵੇਂ ਆਸਾ ਕਰ ਸਕਦਾ? ਇਹ ਮਸੀਹੀ ਵਿਸ਼ਵਾਸ ਤੇ ਵੀ ਲਾਗੂ ਹੁੰਦਾ। ਜੇ ਮੈਥੋਂ ਆਪਣੇ ਮਸੀਹੀ ਵਿਸ਼ਵਾਸ ਬਾਰੇ ਗੱਲ ਕਰਦੇ ਆ ਕੋਈ ਪੁੱਛੇ ਉਹ ਕਿਵੇਂ ਹੈ, ਠੀਕ ਹੈ ਜੀ, ਵੈਸੇ ਉਹ ਬੁਰਾ ਨਹੀਂ, ਪਤਾ ਹੈ ਉਹ ਵਧੀਆ ਚਾਹ ਪਿਆਉਂਦੇ ਹਨ ਅਤੇ ਸੁਨੇਹਾ ਵੀ ਜ਼ਿਆਦਾਤਰ ਵਧੀਆ ਹੁੰਦਾ। ਇੱਦਾਂ ਕੋਈ ਗਿਰਜੇ ਨਹੀਂ ਆਉਂਦਾ। ਪਰ ਜੇ ਮੇਰੇ 'ਚ ਉਹਦੇ ਬਾਰੇ ਸੱਚਾ ਉਤਸ਼ਾਹ ਹੋਵੇ, ਫਿਰ ਉਹ ਵੀ ਉਤਸ਼ਾਹਿਤ ਹੁੰਦੇ ਹਨ। ਉਹ ਸ਼ਾਇਦ ਸਮਝਣਾ ਵੀ ਚਾਹਣ, ਉਹ ਸ਼ਾਇਦ ਉਹਨਾਂ ਤੋਂ ਪ੍ਰਾਪਤ ਵੀ ਕਰਨਾ ਚਾਹਣ ਅਤੇ ਉਹਦੇ ਬਾਰੇ ਸੱਚੇ ਬਣੋ, ਇਮਾਨਦਾਰ ਬਣੋ। ਉਹਨਾਂ ਨੂੰ ਆਪਣੇ ਅਨੁਭਵ ਬਾਰੇ ਦੱਸੋ, ਕਿਸੇ ਨੂੰ ਜਾਂਚੋ ਨਾ। ਜੇ ਤੁਸੀਂ ਉਹਦੇ ਬਾਰੇ ਉਤਸ਼ਾਹਿਤ ਹੋ ਤਾਂ ਉਹਨਾਂ ਨੂੰ ਆਪਣਾ ਉਤਸ਼ਾਹ ਦੱਸੋ। ਜਗਤ ਦਾ ਚਾਨਣ ਹੋਣ ਵਿੱਚ ਕੇਵਲ ਸਾਡੀ ਜੀਵਨ ਸ਼ੈਲੀ ਹੀ ਨਹੀਂ, ਸਗੋਂ ਸਾਡੇ ਸ਼ਬਦ ਅਤੇ ਗੱਲਾਂ ਵੀ ਸ਼ਾਮਲ ਹਨ। ਕਿਸੇ ਸਮੇਂ ਤੇ ਸਾਡੇ ਪਰਿਵਾਰ, ਸਾਡੇ ਮਿੱਤਰ ਅਤੇ ਨਾਲ ਕੰਮ ਕਰਨ ਵਾਲੇ ਸਾਨੂੰ ਸਾਡੇ ਵਿਸ਼ਵਾਸ ਬਾਰੇ ਸਵਾਲ ਕਰ ਸਕਦੇ ਹਨ। ਸੋ ਸਾਨੂੰ ਜਦ ਵੀ ਆਪਣੇ ਵਿਸ਼ਵਾਸ ਬਾਰੇ ਗੱਲ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਉਹ ਕਿਵੇਂ ਕਰੀਏ? ਪੌਲੁਸ ਰਸੂਲ ਥਸਲੋਨੀਕੀਆਂ ਨੂੰ ਗਏ ਤੇ ਲਿਖਿਆ ਹੈ ਕਿ ਉਹਨਾਂ ਨੇ ਸਮਝਾਇਆ, ਦਲੀਲ ਦਿੱਤੀ ਤੇ ਵਚਨ ਤੋਂ ਸਾਬਤ ਕੀਤਾ ਕਿ ਮਸੀਹ ਨੂੰ ਕਸ਼ਟ ਝੱਲਣਾ ਪਿਆ ਸੀ, ਪਰ ਉਹ ਮੁੜ ਖੜੇ ਹੋਏ ਅਤੇ ਕੁਝ ਯਹੂਦੀ ਰਾਜ਼ੀ ਹੋ ਗਏ। ਸਾਨੂੰ ਹਮੇਸ਼ਾ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਨਹੀਂ ਆਉਂਦਾ, ਪਰ ਅਸੀਂ ਜ਼ਿਆਦਾਤਰ ਸਵਾਲ ਲੱਭ ਸਕਦੇ ਹਾਂ ਜੋ ਉਹਨਾਂ ਨੂੰ ਸਹੀ ਦਿਸ਼ਾ ਦੱਸ ਸਕਦੇ ਹਨ। ਰਾਜ਼ੀ ਕਰਾਉਣ 'ਚ ਅਤੇ ਦਬਾਅ ਪਾਉਣ ਵਿੱਚ ਫਰਕ ਹੁੰਦਾ ਹੈ। ਕੁਝ ਲੋਕੀ ਸਾਡੇ ਤੋਂ ਦੂਰ ਨੱਠਣਗੇ ਜੇ ਅਸੀਂ ਕੁਝ ਕਰਨ ਲਈ ਦਬਾਅ ਪਾਵਾਂਗੇ। ਦਬਾਅ ਪਾਉਣ ਦਾ ਰਾਜ਼ੀ ਕਰਨ ਤੋਂ ਬਿਲਕੁਲ ਉਲਟਾ ਅਸਰ ਹੁੰਦਾ ਹੈ। ਪੌਲੁਸ ਕਹਿੰਦੇ ਹਨ, ਅਸੀਂ ਲੋਕਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਇਸ ਲਈ ਕਿ ਇਹ ਇੰਨੀ ਚੰਗੀ ਖਬਰ ਹੈ ਅਤੇ ਰਾਜ਼ੀ ਕਰਨ ਨੂੰ ਹੀ ਆਰੰਭਕ ਮਸੀਹ ਆਪਣੇ ਵਿਸ਼ਵਾਸ ਦਾ ਕਾਰਨ ਕਹਿੰਦੇ ਸਨ। ਪੌਲੁਸ ਰਸੂਲ ਕਹਿੰਦੇ ਹਨ, ਜੇ ਕੋਈ ਤੁਹਾਡੀ ਆਸਾ ਬਾਰੇ ਸਵਾਲ ਕਰੇ, ਹਮੇਸ਼ਾ ਜਵਾਬ ਦੇਣ ਲਈ ਤਿਆਰ ਰਹੋ, ਪਰ ਉਹ ਕੋਮਲਤਾ ਅਤੇ ਸਤਿਕਾਰ ਨਾਲ ਕਰੋ। ਲੋਕਾਂ ਨੂੰ ਜਵਾਬ ਦੇਣ ਦੇ ਨਾਲ-ਨਾਲ ਸਾਨੂੰ ਉਹਨਾਂ ਨੂੰ ਸੁਣਨ ਲਈ ਵੀ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਤਾਂ ਜੋ ਅਸੀਂ ਸਮਝੇ ਕਿ ਉਹ ਇਦਾਂ ਕਿਉਂ ਕਹਿ ਰਹੇ ਨੇ ਤੇ ਉਹਨਾਂ ਦੇ ਸਿਧਾਂਤਾਂ ਤੇ ਵਿਚਾਰ ਦਾ ਮਾਣ ਕਰਨਾ ਚਾਹੀਦਾ। ਹੋਰਾਂ ਨੂੰ ਦੱਸਣ ਦਾ ਮਕਸਦ ਹੈ ਯਿਸੂ ਮਸੀਹ ਬਾਰੇ ਖੁਸ਼ਖਬਰੀ ਦੀ ਘੋਸ਼ਣਾ ਕਰਨਾ। ਉਹ ਲੋਕਾਂ ਨੂੰ ਮਸੀਹ ਬਾਰੇ ਦੱਸਣਾ ਹੈ ਅਤੇ ਅਸੀਂ ਇੱਥੇ ਐਲਫਾ ਤੇ ਇਹੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅਜਿਹੇ ਬੇਅੰਤ ਤਰੀਕੇ ਹਨ ਜਿਨ੍ਹਾਂ ਦੁਆਰਾ ਤੁਸੀਂ ਇਹ ਕਰ ਸਕਦੇ ਹੋ ਅਤੇ ਨਵੇਂ ਨਿਯਮਾਂ 'ਚ ਵੀ ਕਈ ਵੱਖ-ਵੱਖ ਤਰੀਕੇ ਦਿੱਤੇ ਹਨ। ਉਹਨਾਂ 'ਚੋਂ ਇੱਕ ਤਰੀਕਾ ਹੈ ਕੇਵਲ ਇਹ ਕਹਿਣਾ, ਆ ਕੇ ਵੇਖੋ। ਯਿਸੂ ਨੇ ਇਹੋ ਕਿਹਾ ਸੀ। ਉਹਨਾਂ ਨੇ ਲੋਕਾਂ ਨੂੰ ਕਿਹਾ, ਆਓ ਵੇਖੋ, ਅਤੇ ਉਹ ਆਏ ਅਤੇ ਉਹਨਾਂ ਨੇ ਵੇਖਿਆ ਅਤੇ ਉਹਦੇ ਬਾਅਦ ਉਹਨਾਂ ਨੇ ਬਾਹਰ ਜਾ ਕੇ ਆਪਣੇ ਮਿੱਤਰਾਂ ਨੂੰ ਇਹ ਕਿਹਾ, ਆਓ ਵੇਖੋ। ਅਤੇ ਇਹੋ ਅੱਜ ਤੁਹਾਡੇ 'ਚੋਂ ਕਈਆਂ ਦੇ ਇੱਥੇ ਹੋਣ ਦਾ ਕਾਰਨ ਹੈ। ਤੁਹਾਡੇ ਕਿਸੇ ਮਿੱਤਰ ਜਾਂ ਪਰਿਵਾਰ ਵਾਲੇ ਜਾਂ ਦਫ਼ਤਰ ਦੇ ਸਹਿਕਰਮੀ ਨੇ ਤੁਹਾਨੂੰ ਕਿਹਾ, ਆ ਕੇ ਵੇਖੋ। ਅਤੇ ਇਹ ਅਜਿਹਾ ਕੰਮ ਹੈ ਜੋ ਅਸੀਂ ਸਾਰੇ ਕਰ ਸਕਦੇ ਹਾਂ। ਐਲਬਰਟ ਮੈਮੇਕਨ ਇੱਕ ਕਿਸਾਨ ਸੀ। ਜਦੋਂ 24 ਸਾਲ ਦਾ ਸੀ, ਐਲਬਰਟ ਨੇ ਨਾਲ ਦੇ ਇੱਕ ਸ਼ਹਿਰ ਦੇ ਗਿਰਜੇ ਦੀ ਸਰਵਿਸ ਵਿੱਚ ਯਿਸੂ ਨੂੰ ਸਵੀਕਾਰ ਕੀਤਾ। ਉਹ ਇੰਨਾ ਉਤਸ਼ਾਹਿਤ ਅਤੇ ਪ੍ਰਸੰਨ ਸੀ ਕਿ ਉਹਨੇ ਇੱਕ ਟਰੱਕ 'ਚ ਆਪਣੇ ਮਿੱਤਰਾਂ ਨੂੰ ਭਰ ਲਿਆ ਤੇ ਉਹਨਾਂ ਨੂੰ ਆਪਣੇ ਵਾਂਗ ਇੰਜੀਲ ਸੁਣਾਉਣ ਲਈ ਅਗਲੀ ਸਭਾ 'ਚ ਲੈ ਗਿਆ। ਇੱਕ ਕਿਸਾਨ ਸੀ ਤੇ ਉਸ ਦਾ ਅਲੜ ਪੁੱਤਰ ਸੀ ਜਿਹਨੂੰ ਐਲਬਰਟ ਖਾਸ ਕਰਕੇ ਸਰਵਿਸ 'ਚ ਲਿਜਾਣਾ ਚਾਹੁੰਦਾ ਸੀ, ਪਰ ਉਹਨੂੰ ਰਾਜ਼ੀ ਕਰਨਾ ਬੜਾ ਔਖਾ ਸੀ। ਉਹ ਵੱਖ-ਵੱਖ ਕੁੜੀਆਂ ਨਾਲ ਪ੍ਰੇਮ ਦੀਆਂ ਪੀਂਘਾਂ ਪਾਉਣ 'ਚ ਮਸ਼ਗੂਲ ਸੀ। ਸੋ ਇਹ ਕਹਿਣਾ ਸਹੀ ਹੋਵੇਗਾ ਕਿ ਉਹਨੂੰ ਮਸੀਹੀਅਤ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਐਲਬਰਟ ਮੈਮੇਕਿਨ ਨੂੰ ਇੱਕ ਵਿਚਾਰ ਆਇਆ। ਉਹਨੇ ਉਸ ਮੁੰਡੇ ਨੂੰ ਟਰੱਕ ਚਲਾਉਣ ਲਈ ਕਹਿ ਕੇ ਗਿਰਜੇ ਜਾਣ ਲਈ ਮਨਾ ਲਿਆ। ਉੱਥੇ ਪਹੁੰਚਣ ਤੇ ਐਲਬਰਟ ਦੇ ਪ੍ਰਾਹੁਣੇ ਨੇ ਅੰਦਰ ਜਾਣ ਦਾ ਫੈਸਲਾ ਕੀਤਾ ਤੇ ਆਪਣੇ ਸ਼ਬਦਾਂ ਵਿੱਚ ਉਹ ਫਿਦਾ ਹੋ ਗਿਆ। ਉਹ ਵਾਰ-ਵਾਰ ਉੱਥੇ ਜਾਣ ਲੱਗਿਆ ਤੇ ਅੰਤ ਵਿੱਚ ਇੱਕ ਰਾਤ ਉਹ ਸਭਾ ਵਿੱਚ ਅੱਗੇ ਪ੍ਰਾਰਥਨਾ ਕਰਨ ਗਿਆ ਤੇ ਯਿਸੂ ਮਸੀਹ ਨੂੰ ਉਹਨੇ ਆਪਣਾ ਜੀਵਨ ਅਰਪਿਤ ਕਰ ਦਿੱਤਾ। ਉਹ ਸਨ ਸੀ 1934। ਉਸ ਦਿਨ ਤੋਂ ਐਲਬਰਟ ਦੇ ਪ੍ਰਾਹੁਣੇ ਨੇ 21 ਕਰੋੜ ਬੰਦਿਆਂ ਦੇ ਨਾਲ ਮਸੀਹੀ ਵਿਸ਼ਵਾਸ ਬਾਰੇ ਗੱਲ ਕੀਤੀ ਹੈ। ਮਨੁੱਖੀ ਇਤਿਹਾਸ ਵਿੱਚ ਹੋਰ ਸਾਰਿਆਂ ਤੋਂ ਵੱਧ ਉਹ 10 ਅਮਰੀਕੀ ਰਾਸ਼ਟਰਪਤੀਆਂ ਦੇ ਮਿੱਤਰ ਅਤੇ ਭਰੋਸੇ ਦੇ ਬੰਦੇ ਹਨ ਤੇ ਉਹਨਾਂ ਨੇ ਟੀਵੀ ਅਤੇ ਰੇਡੀਓ ਦੁਆਰਾ ਦੁਨੀਆ ਦੀ ਤਕਰੀਬਨ ਅੱਧੀ ਆਬਾਦੀ ਨਾਲ ਗੱਲ ਕੀਤੀ ਹੈ ਤੇ ਉਸ ਬੰਦੇ ਦਾ ਨਾਮ ਹੈ ਬਿਲੀ ਗ੍ਰੈਹਮ। ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਹੀ ਸਾਡੇ ਪਰਮੇਸ਼ਵਰ ਅਤੇ ਉਧਾਰਕਰਤਾ ਹਨ। ਅਸੀਂ ਸਾਰੇ ਬਿਲੀ ਗ੍ਰੈਹਮ ਵਾਂਗ ਨਹੀਂ ਬਣ ਸਕਦੇ, ਪਰ ਅਸੀਂ ਐਲਬਰਟ ਮੈਕਮੇਕਿਨ ਵਾਂਗ ਬਣ ਕੇ ਆਪਣੇ ਮਿੱਤਰਾਂ ਨੂੰ ਯਿਸੂ ਕੋਲ ਲਿਆ ਸਕਦੇ ਹਾਂ। ਅਤੇ ਇੰਜੀਲ ਨੂੰ ਦੱਸਣ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਆਪਣੀ ਕਹਾਣੀ ਦੱਸਣਾ। ਪੌਲੁਸ ਰਸੂਲ ਨੇ ਇਹੋ ਕੀਤਾ ਸੀ।
ਉਹਨਾਂ ਨੇ ਆਪਣੀ ਕਹਾਣੀ ਫੇਰ ਅਤੇ ਫੇਰ ਦੱਸੀ। ਉਹਨਾਂ ਨੇ ਕਿਹਾ, ਮੈਂ ਪਹਿਲਾਂ ਐਦਾਂ ਸਾਂ, ਫਿਰ ਮੈਨੂੰ ਯੀਸੂ ਮਿਲੇ ਅਤੇ ਹੁਣ ਮੈਂ ਐਦਾਂ ਹਾਂ। ਜਦ ਯੀਸੂ ਨੇ ਇੱਕ ਅੰਨੇ ਮਨੁੱਖ ਨੂੰ ਚੰਗਾ ਕੀਤਾ, ਬਹੁਤ ਲੋਕੀ ਉਹਨਾਂ ਤੋਂ ਉਹਦੇ ਬਾਰੇ ਪੁੱਛਣ ਆਏ, ਜਿਨ੍ਹਾਂ 'ਚ ਫਰੀਸੀ ਵੀ ਸਨ, ਜਿਨ੍ਹਾਂ ਨੇ ਉਹਨਾਂ ਨੂੰ ਬਰੀਕੀ ਨਾਲ ਸਵਾਲ ਕੀਤੇ ਅਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਉਸ ਅੰਨੇ ਮਨੁੱਖ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਨਹੀਂ ਆਉਂਦੇ ਸਨ। ਸੋ ਉਹਨੇ ਕਿਹਾ, ਮੈਂ ਇੱਕ ਗੱਲ ਜਾਣਦਾ ਹਾਂ, ਮੈਂ ਅੰਨਾ ਸਾਂ ਪਰ ਹੁਣ ਮੈਂ ਵੇਖ ਸਕਦਾ ਹਾਂ। ਉਹਦੇ ਨਾਲ ਬਹਿਸ ਕਰਨਾ ਔਖਾ ਹੁੰਦਾ। ਲੋਕੀ ਮਸੀਹਤ ਦੇ ਦਾਅਵਿਆਂ ਬਾਰੇ ਬਹਿਸ ਕਰ ਸਕਦੇ ਹਨ, ਪਰ ਉਹ ਤੁਹਾਡੀ ਕਹਾਣੀ ਨਾਲ ਬਹਿਸ ਨਹੀਂ ਕਰ ਸਕਦੇ। ਨਵੇਂ ਨਿਯਮਾਂ ਵਿੱਚ ਇੰਜੀਲ ਦਾ ਐਲਾਨ ਕਰਨਾ ਅਕਸਰ ਪਰਮੇਸ਼ਰ ਦੀ ਸ਼ਕਤੀ ਦੇ ਪ੍ਰਦਰਸ਼ਨ ਨਾਲ ਹੁੰਦਾ ਸੀ। ਪੌਲੁਸ ਰਸੂਲ ਲਿਖਦੇ ਹਨ, ਸਾਡੀ ਖੁਸ਼ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸਨ, ਸਗੋਂ ਸਮਰਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਵੀ ਤੁਹਾਡੇ ਕੋਲ ਪਹੁੰਚੀ। ਇਹ ਨਿਰੇ ਸ਼ਬਦਾਂ ਜਾਂ ਬੁੱਧੀਮਾਨੀ ਨਾਲ ਬਹਿਸ ਕਰਨ ਦੀ ਗੱਲ ਨਹੀਂ, ਸਗੋਂ ਪਵਿੱਤਰ ਆਤਮਾ ਦੇ ਅਨੁਭਵ ਦੀ ਗੱਲ ਹੈ। ਅਤੇ ਮੇਰੇ ਲਈ ਇਹ ਬਿਲਕੁਲ ਸੱਚ ਸੀ। ਜਦ ਮੈਂ ਪਹਿਲੀ ਵਾਰ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਜਾਣਿਆ, ਮੈਂ ਉਹ ਅਨੁਭਵ ਕੀਤਾ ਜੋ ਪੌਲੁਸ ਨੇ ਰੋਮੀਆਂ ਨੂੰ 5:5 ਵਿੱਚ ਕਿਹਾ। ਉਹ ਇਹ ਕਿ ਪਰਮੇਸ਼ਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ, ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ। ਬੁਨਿਆਦੀ ਤੌਰ ਤੇ ਤਾਂ ਅਸੀਂ ਲੋਕਾਂ ਦੇ ਦਿਲ ਨਹੀਂ ਬਦਲ ਸਕਦੇ, ਕੇਵਲ ਪਰਮੇਸ਼ਰ ਬਦਲ ਸਕਦੇ ਹਨ। ਸੋ ਜਿੱਥੇ ਤੱਕ ਹੋ ਸਕੇ ਹੋਰਾਂ ਨੂੰ ਦੱਸਣ ਦੀ ਗੱਲ ਹੈ ਕਿ ਪ੍ਰਾਰਥਨਾ ਬਹੁਤ ਜ਼ਰੂਰੀ ਹੈ। ਸੰਤ ਪੌਲੁਸ ਨੇ ਰੋਮੀਆਂ ਨੂੰ ਆਪਣੇ ਪੱਤਰ ਵਿੱਚ ਲਿਖਿਆ, ਮੇਰੀ ਦਿਲੀ ਇੱਛਾ ਤੇ ਪਰਮੇਸ਼ਰ ਨੂੰ ਪ੍ਰਾਰਥਨਾ ਹੈ ਕਿ ਉਹਨਾਂ ਦਾ ਬਚਾਅ ਹੋਵੇ। ਮਸੀਹੀ ਤੇ ਵਿਸ਼ਵਾਸ ਕਰਨਾ ਆਰੰਭ ਕਰਨ ਤੇ ਕਈ ਲੋਕੀ ਜਾਣਦੇ ਹਨ ਕਿ ਕੋਈ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਸੀ, ਉਹਨਾਂ ਦੇ ਪਰਿਵਾਰ ਦਾ ਕੋਈ ਬੰਦਾ, ਕੋਈ ਮਿੱਤਰ ਜਾਂ ਫਿਰ ਧਰਮ ਪਿਤਾ। ਸੋ ਤੁਸੀਂ ਸਭ ਤੋਂ ਵੱਡਾ ਕੰਮ ਇਹ ਕਰ ਸਕਦੇ ਹੋ ਕਿ ਆਪਣੇ ਪਰਿਵਾਰ, ਮਿੱਤਰਾਂ ਤੇ ਆਪਣੇ ਸਹਿਕਰਮੀਆਂ ਲਈ ਪ੍ਰਾਰਥਨਾ ਕਰੋ ਤੇ ਉਹ ਜਾਰੀ ਰੱਖੋ। ਅਸੀਂ ਇਹ ਵਿਸ਼ਵਾਸ ਕਰ ਸਕਦੇ ਹਾਂ ਕਿ ਉਹਨਾਂ ਦੀ ਜੀਵਨ ਯਾਤਰਾ ਵੇਲੇ ਪਰਮੇਸ਼ਰ ਉਹਨਾਂ ਦੇ ਜੀਵਨ 'ਚ ਕੰਮ ਕਰਨਗੇ। ਮੇਰੇ ਮਾਪੇ ਆਪਸ 'ਚ ਬਹੁਤ ਲੜਦੇ ਸਨ ਤੇ ਮੈਂ ਦਿਲ 'ਚ ਉਦਾਸੀ ਅਨੁਭਵ ਕਰਦੀ ਸੀ। ਮੈਂ ਆਪਣੇ ਮਾਪਿਆਂ ਲਈ ਪ੍ਰਾਰਥਨਾ ਕਰਦੀ ਰਹੀ। ਮੈਨੂੰ ਇੱਕ ਸਮੇਂ ਤੇ ਪਰਮੇਸ਼ਵਰ ਨੂੰ ਪੁੱਛਣਾ ਯਾਦ ਹੈ ਕਿ ਇਹਦੇ 'ਚ ਇੰਨਾ ਚਿਰ ਕਿਉਂ ਲੱਗ ਰਿਹਾ ਹੈ। ਮੈਂ ਆਪਣੇ ਮਾਪਿਆਂ ਲਈ ਪ੍ਰਾਰਥਨਾ ਕਰਦੀ ਰਹੀ। ਮੈਂ ਦਫ਼ਤਰ 'ਚ ਪ੍ਰੇਰਨਾ ਦਲ 'ਚ ਸ਼ਾਮਿਲ ਹੋਈ ਤੇ ਇੱਕ ਸਾਝੀਦਾਰ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਦਫ਼ਤਰ 'ਚ ਅਲਫਾ ਦੇ ਪ੍ਰਬੰਧਨ 'ਚ ਮਦਦ ਕਰਨ 'ਚ ਦਿਲਚਸਪੀ ਹੈ। ਮੈਂ ਕਿਹਾ ਮੈਂ ਕਦੇ ਅਲਫਾ 'ਚ ਗਈ ਨਹੀਂ। ਨਿੱਕੇ ਜਿਹੇ ਦਲ ਦੇ ਬਹੁਤ ਸਾਰੇ ਬੰਦੇ ਮੇਰੀ ਮਦਦ ਲਈ ਆਏ। ਉਹਨਾਂ 'ਚੋਂ ਇੱਕ ਸੀ ਨਿਕ। ਮੈਂ ਆਪਣੀ ਮਾਂ ਨੂੰ ਸ਼ਾਮਿਲ ਹੋਣ ਨੂੰ ਕਿਹਾ ਤੇ ਮੈਂ ਉਹਨਾਂ ਦੇ ਆਉਣ ਲਈ ਪ੍ਰਾਰਥਨਾ ਕੀਤੀ। ਉਹ ਉੱਥੇ ਆਈ ਤੇ ਉਹਨਾਂ ਦਾ ਸੱਚਮੁੱਚ ਰੂਪਾਂਤਰਨ ਹੋਇਆ। ਅਸਲ 'ਚ ਇਹਨੂੰ ਪਹਿਲਾਂ ਵੇਖਣਾ ਇਵੇਂ ਸੀ ਅਤੇ ਹੁਣ ਜਿਵੇਂ ਹੈ, ਇਹਦੇ 'ਚ ਬਹੁਤ ਵੱਡੀ ਤਬਦੀਲੀ ਹੋਈ ਹੈ। ਮੈਂ ਉੱਥੇ ਆਪਣੇ ਇੱਕ ਕਜ਼ਨ ਨੂੰ ਵੀ ਸੱਦਿਆ ਤੇ ਉਹਨੇ ਪਹਿਲੀ ਵਾਰ ਸਾਨੂੰ ਠੁਕਰਾ ਦਿੱਤਾ। ਉਹਨੇ ਕਿਹਾ, ਇਹ ਧਰਮ ਕਰਮ ਮੇਰੇ ਕੰਮ ਦੀ ਗੱਲ ਨਹੀਂ ਹੈ। ਉਹਦੇ ਬਾਅਦ ਅਸੀਂ ਇਕੱਠੇ ਪ੍ਰਾਰਥਨਾ ਕੀਤੀ। ਮੈਂ ਤੇ ਮੇਰੀ ਮਾਂ ਨੇ ਉਹਦੇ ਲਈ ਪ੍ਰਾਰਥਨਾ ਕੀਤੀ। ਉਹਦੇ ਅਗਲੇ ਹਫਤੇ ਉਹਨੇ ਕਿਸੇ ਤਰ੍ਹਾਂ ਆਉਣ ਦਾ ਫੈਸਲਾ ਕੀਤਾ ਤੇ ਅਸੀਂ ਬਹੁਤ ਉਤਸ਼ਾਹਿਤ ਹੋਏ। ਉਹਨੇ ਉਸ ਰਾਤ ਮਸੀਹ ਨੂੰ ਸਵੀਕਾਰ ਕੀਤਾ। ਹਾਂਜੀ, ਉਹ ਪਹਿਲਾਂ ਇੱਥੇ ਆਉਣਾ ਨਹੀਂ ਚਾਹੁੰਦੀ ਸੀ ਅਤੇ ਹੁਣ ਅਸੀਂ ਇਹਦੇ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਹ ਜਿਵੇਂ ਹਮੇਸ਼ਾ ਇੱਥੇ ਹੁੰਦਾ ਹੈ। ਇਹ ਬਿਲਕੁਲ ਸ਼ਾਨਦਾਰ ਕਹਾਣੀ ਹੈ। ਉਹਦੇ ਬਾਅਦ ਅਸੀਂ ਮੇਰੇ ਧਰਮ ਪਿਤਾ ਨੂੰ ਵੀ ਸੱਦਿਆ। ਉਹ ਉਸ ਵੇਲੇ ਸੱਚਮੁੱਚ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲਣਾ ਚਾਹੁੰਦੇ ਸਨ। ਹਾਂ, ਪਰ ਅਲਫਾ ਦੇ ਉਸ ਸੀਜ਼ਨ ਵਿੱਚ ਮੇਰੇ ਪਿਤਾ ਨੇ ਆਉਣ ਤੋਂ ਮਨਾ ਕਰ ਦਿੱਤਾ। ਉਹਦੇ ਬਾਅਦ ਮੈਂ ਉਹਨਾਂ ਨੂੰ ਸਭਾ 'ਚ ਬੁਲਾਇਆ ਜਿੱਥੇ ਸਾਰਿਆਂ ਦਾ ਮੇਲ ਹੋਣਾ ਸੀ। ਸੋ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬੋਲਣ ਵਾਲੀ ਸੀ ਕਿ ਤੁਸੀਂ ਮੈਨੂੰ ਵੇਖਣ ਆਓਗੇ। ਸੋ ਉਹਨਾਂ ਨੇ ਕਿਹਾ, ਚੰਗਾ, ਮੈਂ ਆਵਾਂਗਾ। ਪਰ ਜਦੋਂ ਆਏ ਉਹਨਾਂ ਨੂੰ ਸੱਚਮੁੱਚ ਚੰਗਾ ਲੱਗਿਆ। ਉਹਨਾਂ ਨੂੰ ਉੱਥੇ ਦਾ ਮਾਹੌਲ ਚੰਗਾ ਲੱਗਿਆ। ਉਹਨਾਂ ਨੂੰ ਲੋਕ ਚੰਗੇ ਲੱਗੇ ਜਿਨ੍ਹਾਂ ਨੇ ਉਹਨਾਂ ਤੇ ਕੋਈ ਦਬਾਅ ਨਹੀਂ ਪਾਇਆ। ਉਹਦੇ ਬਾਅਦ ਜਦ ਮੈਂ ਉਹਨਾਂ ਨੂੰ ਅਗਲੇ ਸੀਜ਼ਨ ਲਈ ਸੱਦਿਆ, ਉਹ ਆਏ। ਮੇਰੇ ਖਿਆਲ ਨਾਲ ਉਹ ਉਹਨਾਂ ਲਈ ਇੱਕ ਸ਼ਾਨਦਾਰ ਅਨੁਭਵ ਸੀ। ਉਹਦੇ ਬਾਅਦ ਉਹ ਅਲਫਾ ਆਉਣਾ ਤੇ ਹੋਰਾਂ ਨੂੰ ਵੀ ਇਹਦੇ ਬਾਰੇ ਦੱਸਣਾ ਬੰਦ ਨਾ ਕਰ ਸਕੇ। ਉਹ ਸੱਚਮੁੱਚ ਬਹੁਤ ਖੁਸ਼ ਸਨ। ਅਗਲੀ ਵਾਰ ਉਹਨਾਂ ਨੇ ਸਹਾਇਕ ਦੇ ਤੌਰ ਤੇ ਹਿੱਸਾ ਲਿਆ ਤੇ ਉਹਦੀ ਅਗਲੀ ਵਾਰ ਉਹਨਾਂ ਨੇ ਅਗਵਾਈ ਆਰੰਭ ਕੀਤੀ। ਉਹਨਾਂ ਨੇ 2 ਵਾਰ ਅਲਫਾ ਦੇ ਇੱਕ ਦਲ ਦੀ ਅਗਵਾਈ ਕੀਤੀ ਤੇ ਉਹਦੇ ਬਾਅਦ ਉਹਨਾਂ ਨੇ ਮੇਰੀ ਮਾਂ ਦੇ ਨਾਲ ਇੱਕ ਹੋਰ ਨਜ਼ਦੀਕ ਗਿਰਜੇ 'ਚ ਅਲਫਾ ਦਾ ਪ੍ਰਬੰਧ ਕੀਤਾ। ਮੇਰੇ ਖਿਆਲ ਨਾਲ ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਮੈਂ ਅਨੁਭਵ ਕੀਤੀ ਹੈ ਤੇ ਸਭ ਤੋਂ ਵਧੀਆ ਕੰਮ ਜੋ ਮੈਂ ਕੀਤਾ ਹੈ, ਅਰਥਾਤ ਮਸੀਹ ਨੂੰ ਕਬੂਲਣਾ। ਪਰ ਜੇ ਕਿਸੇ ਨੇ ਮੈਨੂੰ ਦੱਸਿਆ ਨਾ ਹੁੰਦਾ, ਮੈਂ ਵੀ ਕਦੇ ਨਾ ਜਾਣਿਆ ਹੁੰਦਾ। ਇਸ ਲਈ ਹੋਰਾਂ ਨੂੰ ਦੱਸਣਾ ਇੰਨਾ ਮਹੱਤਵਪੂਰਨ ਹੈ ਕਿਉਂਕਿ ਉਹ ਹੋਰ ਲੋਕਾਂ ਨੂੰ ਵੀ ਚੋਣ ਕਰਨ ਦਾ ਮੌਕਾ ਦਿੰਦਾ ਹੈ। ਮੈਂ ਹਮੇਸ਼ਾ ਯਾਦ ਕਰਾਂਗੀ ਕਿ ਕਿਵੇਂ ਮੇਰਾ ਪਰਿਵਾਰ ਤੇ ਰਿਸ਼ਤੇਦਾਰ ਰੂਪਾਂਤਰਿਤ ਹੋਏ। ਮੈਂ ਬਸ ਦੂਸਰਿਆਂ ਨੂੰ ਵੀ ਦੱਸਣਾ ਚਾਹੁੰਦੀ ਹਾਂ। ਅਸੀਂ ਹੋਰਾਂ ਲਈ ਪ੍ਰਾਰਥਨਾ ਕਰਦੇ ਹਾਂ, ਪਰ ਸਾਨੂੰ ਆਪਣੇ ਲਈ ਵੀ ਕਰਨੀ ਚਾਹੀਦੀ ਹੈ। ਤੁਹਾਡਾ ਸ਼ਾਇਦ ਵਿਰੋਧ ਕੀਤਾ ਜਾਏ, ਤੁਹਾਨੂੰ ਸ਼ਾਇਦ ਦਾ ਸਰੀਰਕ ਅਤਿਆਚਾਰ ਨਾ ਸਹਿਣ ਕਰਨਾ ਪਵੇ, ਜਿਵੇਂ ਅੱਜ ਦੁਨੀਆ 'ਚ ਕਈ ਲੋਕਾਂ ਨੂੰ ਅਤੇ ਆਰੰਭਿਕ ਮਸੀਹੀਆਂ ਨੂੰ ਸਹਿਣ ਕਰਨਾ ਪਿਆ ਸੀ, ਉਹ ਨਾ ਸਹਿਣ ਕਰਨਾ ਪਵੇ। ਪਰ ਲੋਕੀ ਸ਼ਾਇਦ
ਤੁਹਾਡੇ ਤੇ ਹੱਸਣ, ਤੁਹਾਡੇ ਬਾਰੇ ਮਖੌਲ ਕਰਨ। ਆਰੰਭਿਕ ਮਸੀਹਾਂ ਨੂੰ ਜਦ ਸਰੀਰਕ ਅਤਿਆਚਾਰ ਦੇ ਰੂਪ ਵਿੱਚ ਵਿਰੋਧ ਸਾਹਮਣਾ ਕਰਦੇ, ਉਹ ਦਲੇਰੀ ਲਈ ਪ੍ਰਾਰਥਨਾ ਕਰਦੇ ਸਨ। ਅਤੇ ਮੈਂ ਤੁਹਾਨੂੰ ਪ੍ਰੇਰਨਾ ਚਾਹਾਂਗਾ ਕਿ ਤੁਸੀਂ ਬਿਲਕੁਲ ਵੀ ਹਿੰਮਤ ਨਾ ਹਾਰੋ। ਯਿਸੂ ਦਾ ਸੁਨੇਹਾ ਬਹੁਤ ਮਹੱਤਵਪੂਰਨ ਹੈ, ਲੋਕਾਂ ਨੂੰ ਇਹ ਦੱਸਦੇ ਰਹੋ। ਮੈਂ ਦੂਜੇ ਵਿਸ਼ਵ ਯੁੱਧ ਦੇ ਇੱਕ ਬੰਦੇ ਬਾਰੇ ਸੁਣਿਆ ਜੋ ਖੱਡੇ ਵਿੱਚ ਮਰ ਰਿਹਾ ਸੀ। ਉਹਦੇ ਮਿੱਤਰ ਨੇ ਉਹਦੇ ਕੋਲ ਆ ਕੇ ਪੁੱਛਿਆ ਕਿ ਮੈਂ ਤੁਹਾਡੇ ਲਈ ਕੁਝ ਕਰ ਸਕਦਾ? ਉਹਨੇ ਕਿਹਾ, ਨਹੀਂ, ਤੁਸੀਂ ਮੇਰੇ ਲਈ ਕੁਝ ਨਹੀਂ ਕਰ ਸਕਦੇ, ਤੁਸੀਂ ਜਾਣਦੇ ਹੋ ਮੈਂ ਮਰ ਰਿਹਾ। ਸੋ ਮਿੱਤਰ ਨੇ ਪੁੱਛਿਆ ਕਿ ਕੋਈ ਸੁਨੇਹਾ ਹੈ ਜੋ ਮੈਂ ਇੰਗਲੈਂਡ ਨਾਲ ਲਿਜਾ ਸਕਾਂ? ਉਹਨੇ ਕਿਹਾ, ਹਾਂਜੀ, ਕਿਰਪਾ ਕਰਕੇ ਇਸ ਪਤੇ ਵਾਲੇ ਬੰਦੇ ਨੂੰ ਇੱਕ ਸੁਨੇਹਾ ਦੇਣਾ, ਅਤੇ ਸੁਨੇਹਾ ਇਹ ਹੈ, ਉਹਨਾਂ ਨੂੰ ਕਹਿਣਾ ਕਿ ਉਹਨਾਂ ਨੇ ਬਚਪਨ ਵਿੱਚ ਮੈਨੂੰ ਜੋ ਸਿਖਾਇਆ ਸੀ ਉਹ ਅੰਤਮ ਘੜੀਆਂ 'ਚ ਮੇਰੀ ਬਹੁਤ ਮਦਦ ਕਰ ਰਿਹਾ ਹੈ। ਜਦੋਂ ਮਿੱਤਰ ਪਰਤ ਕੇ ਇੰਗਲੈਂਡ ਆਇਆ ਤੇ ਉਹ ਉਸ ਪਤੇ ਤੇ ਲਿਖੇ ਹੋਏ ਬੰਦੇ ਕੋਲ ਗਿਆ ਤੇ ਉਸ ਨੂੰ ਉਹਨੇ ਕਿਹਾ ਕਿ ਉਹਨੇ ਉਸ ਸਿਪਾਹੀ ਨੂੰ ਬਚਪਨ ਵਿੱਚ ਜੋ ਸਿੱਖਿਆ ਸੀ ਉਹਨੇ ਉਹਦੀ ਮਰਨ 'ਚ ਸਹਾਇਤਾ ਕੀਤੀ ਸੀ। ਉਸ ਬੰਦੇ ਨੇ ਜਵਾਬ ਵਿੱਚ ਇਹ ਕਿਹਾ, ਪਰਮੇਸ਼ਵਰ ਮੈਨੂੰ ਮਾਫ ਕਰੋ, ਮੈਂ ਸਾਲਾਂ ਪਹਿਲਾਂ ਐਤਵਾਰ ਦੇ ਸਕੂਲ 'ਚ ਸਿਖਾਉਣਾ ਬੰਦ ਕੀਤਾ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਮੈਂ ਜੋ ਕਰਦਾ ਸਾਂ ਉਹਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਜਦ ਵੀ ਤੁਸੀਂ ਲੋਕਾਂ ਨੂੰ ਯਿਸੂ ਬਾਰੇ ਦੱਸਦੇ ਹੋ, ਉਹਦਾ ਅਸਰ ਹੁੰਦਾ ਹੈ ਕਿਉਂਕਿ ਇੰਜੀਲ ਪਰਮੇਸ਼ਵਰ ਦੀ ਸ਼ਕਤੀ ਹੈ। ਕਈ ਵਾਰ ਤੁਹਾਨੂੰ ਸ਼ਾਇਦ ਹਤਾਸ਼ਾ ਹੋਵੇ, ਸ਼ਾਇਦ ਤੁਸੀਂ ਮਾਯੂਸ ਹੋ ਜਾਵੋ। ਮੈਨੂੰ ਕਈ ਵਾਰ ਹਤਾਸ਼ਾ ਹੋਈ ਹੈ। ਤੁਸੀਂ ਸੋਚਦੇ ਹੋ ਲੋਕਾਂ ਨੂੰ ਸੱਚਮੁੱਚ ਦਿਲਚਸਪੀ ਨਹੀਂ, ਪਰ ਤੁਹਾਨੂੰ ਕਦੇ ਨਹੀਂ ਪਤਾ ਹੁੰਦਾ ਲੋਕਾਂ ਦੇ ਜੀਵਨਾਂ 'ਚ ਅਸਲ 'ਚ ਕੀ ਹੋ ਰਿਹਾ ਹੁੰਦਾ ਹੈ। ਜੇ ਤੁਸੀਂ ਆਪ ਯਿਸੂ ਨੂੰ ਅਨੁਭਵ ਕੀਤਾ ਹੈ, ਲੋਕਾਂ ਨੂੰ ਕਹਿੰਦੇ ਰਹੋ। ਇੱਦਾਂ ਕਰਨ ਤੇ ਤੁਹਾਨੂੰ ਹੋਰ ਲੋਕਾਂ ਨੂੰ ਵਿਸ਼ਵਾਸ ਬਾਰੇ ਜਾਣਦਿਆਂ ਵੇਖਣ ਦੀ ਅਦਭੁਤ ਖੁਸ਼ਨਸੀਬੀ ਮਿਲੇਗੀ। ਮੈਂ ਨਹੀਂ ਸਮਝਦਾ ਕਿ ਕੋਈ ਵੀ ਚੀਜ਼ ਲੋਕਾਂ ਦੇ ਜੀਵਨ ਨੂੰ ਉਹਦੇ ਤੋਂ ਵੱਧ ਪ੍ਰਭਾਵਿਤ ਕਰੇਗੀ ਜਿੰਨਾ ਯਿਸੂ ਮਸੀਹ ਨੂੰ ਮਿਲਣਾ।